ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਸਟੇਟ ਦੀ ਦੁਨੀਆ ਵਿੱਚ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ 94ਵੀਆਂ ਖਬਰਾਂ। ਅਮਰੀਕਾ ਵਿੱਚ ਸ਼ੁਰੂ ਹੋਈ ਕਰੋਨਾ ਵੈਕਸੀਨ। ਨਿਊਯਾਰਕ ਦੀ ਨਰਸ ਨੂੰ ਮਿਲੀ ਪਹਿਲੀ ਖੁਰਾਕ। ਸਿਆਟਲ ਦੇ ਗੁਰਦੁਆਰੇ 'ਚ ਅੱਗ ਲੱਗੀ, 2 ਸੇਵਾਦਾਰ ਹੋਏ ਜ਼ਖਮੀ। ਕਿਸਾਨਾਂ ਦੇ ਹੱਕ ਵਿੱਚ ਆਏ ਅੰਨਾ ਹਜ਼ਾਰੇ ਖੇਤੀਬਾੜੀ ਮੰਤਰੀ ਨੂੰ ਲਿਖੀ ਚਿੱਠੀ। ਕਿਹਾ ਜੇ ਨਾ ਹੱਲ ਕੀਤਾ ਮਸਲਾ ਤਾਂ ਕਰਨਗੇ ਭੁੱਖ ਹੜਤਾਲ। ਅਮਰੀਕਾ ਇਲੈਕਟੋਰਲ ਕਾਲਜ ਨੇ ਅਧਿਕਾਰਿਤ ਕੀਤਾ ਨਤੀਜਾ। ਜੋ ਬਾਈਡਨ ਜਿੱਤੇ, ਡੋਨਲਡ ਟਰੰਪ ਦੀ ਹੋਈ ਹਾਰ। ਪੁਲਿਸ ਨੇ ਮੈਨਹਟਨ 'ਚ ਗਿਰਜਾਘਰ ਦੇ ਬਾਹਰ ਹਮਲਾ ਕਰਨ ਵਾਲੇ ਵਿਅਕਤੀ ਨੂੰ ਮਾਰੀ ਗੋਲੀ। ਵਾਸ਼ਿੰਗਟਨ DC ਵਿੱਚ ਟਰੰਪ ਦੇ ਸਮਰਥਕਾਂ ਦੀ ਰੈਲੀ ਤੋਂ ਬਾਅਦ ਭੜਕੀ ਹਿੰਸਾ। ਅਮਰੀਕਾ ਵਿੱਚ ਸ਼ੁਰੂ ਹੋਇਆ ਕਰੋਨਾ ਵਾਇਰਸ ਦਾ ਟੀਕਾਕਰਨ। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਟੀਕਾਕਰਨ ਦੀ ਮੁਹਿੰਮ ਸੋਮਵਾਰ ਨੂੰ ਸ਼ੁਰੂ ਹੋ ਚੁੱਕੀ ਹੈ। ਨਿਊਯਾਰਕ ਵਿੱਚ ਇੱਕ ਸਿਹਤ ਕੇਂਦਰ ਦੀ ਮੈਡੀਕਲ ਇਕਾਈ ਵਿੱਚ ਤਾਇਨਾਤ ਇੱਕ ਨਰਸ ਨੂੰ COVID-19 ਤੋਂ ਰੋਕਥਾਮ ਲਈ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਅਮਰੀਕਾ ਵਿੱਚ ਕਰੋਨਾ ਵਾਇਰਸ ਕਾਰਨ ਹੁਣ ਤੱਕ 3 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1.6 ਕਰੋੜ ਲੋਕ ਕਰੋਨਾ ਦੇ ਸ਼ਿਕਾਰ ਹੋ ਚੁੱਕੇ ਨੇ। ਨਿਊਯਾਰਕ ਸਿਟੀ ਵਿੱਚ ਇੱਕ ਨਰਸ ਨੂੰ ਸੋਮਵਾਰ ਸਵੇਰੇ ਫਾਈਜ਼ਰ ਬਾਇਓਟੈਕ ਦੀ ਪਹਿਲੀ ਖੁਰਾਕ ਦਿੱਤੀ ਗਈ। ਨਿਊਯਾਰਕ ਦੇ ਲਾਂਗ ਆਈਲੈਂਡ ਜੈਵਿਸ਼ ਮੈਡੀਕਲ ਸੈਂਟਰ ਵਿੱਚ ਨਰਸ ਸੈਂਡਰਾ ਲਿਟਸੇ ਨੇ ਕਿਹਾ ਕਿ ਅੱਜ ਮੈਨੂੰ ਉਮੀਦ ਨਜ਼ਰ ਆ ਰਹੀ ਹੈ। ਸੂਬੇ ਦੇ ਗਵਰਨਰ ਐਂਡਰਿਓ ਕਿਊਮੋ ਨੇ ਲਾਈਵ ਸਟ੍ਰੀਮ ਤੋਂ ਟੀਕਾਕਰਨ ਮੁਹਿੰਮ ਤੇ ਨਜ਼ਰ ਬਣਾਈ ਰੱਖੀ। ਨਰਸ ਨੂੰ ਟੀਕੇ ਦੀ ਖੁਰਾਕ ਦਿੱਤੇ ਜਾਣ ਤੋਂ ਪਹਿਲਾਂ ਗਵਰਨਰ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਲੜਾਈ ਹੈ। ਟੀਕਾ ਇੱਕ ਹਥਿਆਰ ਹੈ ਜੋ ਯੁੱਧ ਨੂੰ ਖਤਮ ਕਰੇਗਾ। ਕਿਤਾਬ ਦੇ ਆਖਰੀ ਅਧਿਆਇ ਦੀ ਸ਼ੁਰੂਆਤ ਹੋਣ ਵਾਲੀ ਹੈ। ਨਰਸ ਨੂੰ ਟੀਕੇ ਦੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਸਭ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ। ਨਰਸ ਨੇ ਉਮੀਦ ਕੀਤੀ ਕਿ ਸਾਡੇ ਇਤਿਹਾਸ ਦਾ ਸਭ ਤੋਂ ਦੁੱਖ ਵਾਲਾ ਸਮਾਂ ਹੁਣ ਖਤਮ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਤੇ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਸਿੱਖ ਭਾਈਚਾਰੇ ਲਈ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਸਿਆਟਲ ਦੇ ਵੱਡੇ ਗੁਰੂ ਘਰ ਰੈਂਟਨ ਵਿੱਚ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ 2 ਸੇਵਾਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਨੇ ਤੇ ਗੁਰਦੁਆਰਾ ਸਾਹਿਬ ਦਾ ਕਾਫੀ ਸਮਾਨ ਸੜ ਕੇ ਸੁਆਹ ਹੋ ਚੁੱਕਿਆ। ਮਿਲੀਆਂ ਖਬਰਾਂ ਅਨੁਸਾਰ ਅੱਗ ਦੀ ਖਬਰ ਮਿਲਦਿਆਂ ਸਾਰੇ ਹੀ ਬਚਾਓ ਅਤੇ ਰਾਹਤ ਕਾਰਜ ਸ਼ੁਰੂ ਹੋ ਗਏ ਸਨ। ਅਸਲ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਇਸ ਸੰਬੰਧੀ ਆંકੜੇ ਨਹੀਂ ਮਿਲ ਸਕੇ। ਪੰਜਾਬੀ ਭਾਈਚਾਰੇ ਵਿੱਚ ਇਸ ਵਕਤ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਹਰ ਕੋਈ ਗੁਰੂ ਘਰ ਪਹੁੰਚ ਕੇ ਆਪਣੀਆਂ ਸੇਵਾਵਾਂ ਦੇਣ ਲਈ ਹਾਜ਼ਰ ਹੋ ਰਿਹਾ ਹੈ। ਸਿੱਖ ਭਾਈਚਾਰੇ ਨੇ ਇਸ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਹੈ ਕਿ ਇਸ ਗੁਰੂ ਘਰ ਪ੍ਰਤੀ ਸਿੱਖ ਭਾਈਚਾਰੇ 'ਚ ਬਹੁਤ ਸ਼ਰਧਾ ਹੈ ਤੇ ਇਹ ਸਾਰੇ ਦਿਨ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਨੇ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਅੱਜ 20ਵੇਂ ਦਿਨ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕੱਲ ਸਾਰਾ ਦਿਨ ਭੁੱਖ ਹੜਤਾਲ ਕੀਤੀ। ਸਰਕਾਰ ਨਾਲ ਕਈ ਦੌਰਾਂ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਦੋਵਾਂ ਵਿਚਕਾਰ ਕੋਈ ਰਸਤਾ ਨਹੀਂ ਮਿਲਿਆ। ਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਹਰ ਵਰਗ ਤੋਂ ਸਮਰਥਨ ਮਿਲ ਰਿਹਾ। ਕਿਸਾਨਾਂ ਦੇ ਹੱਕ ਵਿੱਚ ਸਮਾਜ ਸੇਵੀ ਅੰਨਾ ਹਜ਼ਾਰੇ ਵੀ ਸਾਹਮਣੇ ਆ ਚੁੱਕੇ ਨੇ ਤੇ ਉਹਨਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਜੇਕਰ ਉਹ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਾ ਕੱਢਿਆ ਤਾਂ ਉਹ ਕੇਂਦਰ ਸਰਕਾਰ ਵਿਰੁੱਧ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਕੱਲ 19ਵੇਂ ਦਿਨ ਕਿਸਾਨ ਆਗੂ ਭੁੱਖ ਹੜਤਾਲ ਤੇ ਰਹੇ। ਸਰਕਾਰ ਨਾਲ ਕਈ ਦੌਰਾਂ ਦੀ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਦੋਵਾਂ ਵਿਚਕਾਰ ਕੋਈ ਰਸਤਾ ਨਹੀਂ ਮਿਲ ਸਕਿਆ। ਕਈ ਰਾਜਨੀਤਿਕ ਪਾਰਟੀਆਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਨੇ। ਇਲੈਕਟੋਰਲ ਕਾਲਜ ਨੇ ਸੋਮਵਾਰ ਨੂੰ ਜੋ ਬਾਈਡਨ ਨੂੰ ਰਸਮੀ ਤੌਰ ਉੱਤੇ ਦੇਸ਼ ਦਾ ਅਗਲਾ ਰਾਸ਼ਟਰਪਤੀ ਚੁਣਿਆ, ਜਿਸ ਵਿੱਚ ਉਸ ਨੂੰ 306 ਵੋਟਾਂ ਦੀ ਠੋਸ ਬਹੁਮਤ ਹਾਸਲ ਹੋਈ ਹੈ ਅਤੇ ਪਿਛਲੇ ਮਹੀਨੇ ਦੀਆਂ ਚੋਣਾਂ ਵਿੱਚ ਉਸ ਦੀ ਜਿੱਤ ਦੀ ਪੁਸ਼ਟੀ ਕੀਤੀ ਸੀ। ਰਾਜ ਦਰ ਰਾਜ ਵੋਟਿੰਗ ਨੇ ਇਸ ਸਾਲ ਵਧੇਰੇ ਮਹੱਤਵ ਦਿੱਤਾ ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੰਨਣ ਤੋਂ ਇਨਕਾਰ ਕਰਨ ਕਾਰਨ ਉਹ ਹਾਰ ਗਿਆ ਸੀ। Today, a member of the Electoral College representing the certified winner cast their votes for President and Vice President of the United States in an act just as old as Washington itself. Once again, in America, the rule of law, our Constitution, and the will of the people prevailed. Our democracy pushed, tested, threatened, proved to be resilient, true, and strong. The Electoral College votes, which occurred today, reflect the fact that even in the face of the public health crisis unlike anything we've experienced in our lifetimes, the people voted. They voted in record numbers. More Americans voted this year than have ever voted in the history of the United States of America. Over 155 million Americans were determined to have their voices heard and their votes counted.
ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਚਰਚ ਦੇ ਕ੍ਰਿਸਮਸ ਸਮਾਰੋਹ ਵਿੱਚ ਇੱਕ ਹਮਲਾਵਰ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਜਵਾਬੀ ਕਾਰਵਾਈ ਕਰਦਿਆਂ ਮੌਤ ਦੇ ਘਾਟ ਉਤਾਰਿਆ ਗਿਆ। ਅਧਿਕਾਰੀਆਂ ਅਨੁਸਾਰ ਮਾਰਨਿੰਗ ਸਾਈਡ ਹਾਈਟਸ ਵਿੱਚ ਸੈਂਟ ਜੌਨ ਚਰਚ ਦੀਆਂ ਪੌੜੀਆਂ ਉੱਤੇ ਹੋ ਰਹੇ ਕ੍ਰਿਸਮਸ ਸਮਾਰੋਹ ਦੌਰਾਨ ਇਕੱਠੇ ਹੋਏ ਸੈਂਕੜੇ ਲੋਕਾਂ ਦੀ ਭੀੜ ਵਿਚਕਾਰ ਇੱਕ ਹਮਲਾਵਰ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਇਸ ਮੌਕੇ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਸੀ ਕਿ ਬੰਦੂਕਧਾਰੀ ਭੀੜ ਵਿੱਚ ਕਿਸ ਨੂੰ ਗੋਲੀ ਮਾਰ ਰਿਹਾ ਸੀ, ਪਰ ਚਰਚ ਦੀ ਫੇਸਬੁੱਕ ਪੋਸਟ ਅਨੁਸਾਰ ਉਹ ਹਵਾ ਵਿੱਚ ਗੋਲੀਬਾਰੀ ਕਰਦਾ ਹੋਇਆ ਦਿਖਾਈ ਦਿੱਤਾ ਸੀ। ਹਮਲਾਵਰ ਵੱਲੋਂ ਚਲਾਈ ਗਈ ਗੋਲੀ ਦੌਰਾਨ ਇਸ ਸਮਾਰੋਹ ਵਿੱਚ ਸ਼ਾਮਲ ਲੋਕਾਂ ਦੀ ਭੀੜ ਨੂੰ ਐਮਸਟਰਡਮ ਐਵਨਿਊ ਦੇ ਫੁੱਟਪਾਥ ਤੇ ਭੱਜਦਿਆਂ ਹੋਇਆ ਵੇਖਿਆ ਗਿਆ। ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਡਰਮੋਟ ਐਫ ਸ਼ੀਆ ਨੇ ਬਿਆਨ ਅਨੁਸਾਰ ਹਮਲਾਵਰ ਵੱਲੋਂ ਸੰਗਮਰਮਰ ਦੇ ਥੰਮ ਦੇ ਪਿਛਲੇ ਪਾਸੇ ਤੋਂ ਫਾਇਰਿੰਗ ਕੀਤੀ ਗਈ ਅਤੇ ਨੇੜੇ ਕੰਮ ਕਰ ਰਹੇ 3 ਅਧਿਕਾਰੀਆਂ ਵੱਲੋਂ ਜਵਾਬੀ ਕਾਰਵਾਈ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ 2 ਆਟੋਮੈਟਿਕ ਹਥਿਆਰਾਂ ਦੇ ਨਾਲ ਇੱਕ ਬੈਗ ਵਿੱਚ ਗੈਸੋਲੀਨ ਤਾਰ, ਰੱਸੀ, ਮਲਟੀਪਲ ਚਾਕੂ, ਟੇਪ ਅਤੇ ਇੱਕ ਬਾਈਬਲ ਬਰਾਮਦ ਕੀਤੀ ਹੈ। ਇਸ ਹਮਲੇ ਦੇ ਮਾਮਲੇ ਵਿੱਚ ਹਮਲਾਵਰ ਦਾ ਮਨੋਰਥ ਵੀ ਸਪਸ਼ਟ ਨਹੀਂ ਹੋਇਆ। ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦੁਆਰਾ ਉਸ ਦੇ ਹੱਕ ਵਿੱਚ ਕੀਤੀ ਗਈ ਰੈਲੀ ਤੋਂ ਬਾਅਦ ਵਾਸ਼ਿੰਗਟਨ ਵਿੱਚ ਹੋਈਆਂ ਝੜਪਾਂ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਨੇ। ਅਧਿਕਾਰੀਆਂ ਦੀ ਦਿੱਤੀ ਜਾਣਕਾਰੀ ਅਨੁਸਾਰ ਵਾਸ਼ਿੰਗਟਨ ਡੀਸੀ ਵਿੱਚ ਹਿੰਸਾ ਦੀ ਇਸ ਰਾਤ 8 ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਅਤੇ 4 ਲੋਕਾਂ ਨੂੰ ਬਲੈਕ ਲਿਵਸ ਮੈਟਰ ਪਲਾਜ਼ਾ ਦੇ ਨੇੜੇ ਚਾਕੂ ਵੀ ਮਾਰਿਆ ਗਿਆ। ਡੀਸੀ ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਹਿੰਸਾ ਦੇ ਸੰਬੰਧ ਵਿੱਚ ਐਤਵਾਰ ਨੂੰ 33 ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ। ਰਾਸ਼ਟਰਪਤੀ ਟਰੰਪ ਨੂੰ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਉਹਨਾਂ ਦੁਆਰਾ ਚੋਣ ਨਤੀਜਿਆਂ ਨੂੰ ਗਲਤ ਸਾਬਤ ਕਰਨ ਲਈ ਚਲਾਈ ਗਈ ਮੁਹਿੰਮ ਦੀ ਹਮਾਇਤ ਕਰਨ ਲਈ ਸ਼ਨੀਵਾਰ ਨੂੰ ਟਰੰਪ ਪੱਖੀ ਰੈਲੀਆਂ ਤੋਂ ਬਾਅਦ ਇਹ ਹਿੰਸਾ ਹੋਈ ਹੈ। ਇਸ ਦੌਰਾਨ ਟਰੰਪ ਦੇ ਸਮਰਥਕ ਅਤੇ ਵਿਰੋਧੀ ਪ੍ਰਦਰਸ਼ਨਕਾਰੀ ਫਰੀडम ਪਲਾਜ਼ਾ ਅਤੇ ਬਲੈਕ ਲਿਵਸ ਮੈਟਰ ਪਲਾਜ਼ਾ ਦੇ ਖੇਤਰ ਵਿੱਚ ਸਨ, ਪਰ ਅਸਪਸ਼ਟ ਹੈ ਕਿ ਕਿਹੜੇ ਸਮੂਹ ਲੜ ਰਹੇ ਸਨ। ਪਰ ਰਾਤ ਨੂੰ ਹੋਈਆਂ ਝੜਪਾਂ ਵਿੱਚ ਪੁਲਿਸ ਅਨੁਸਾਰ ਵਾਸ਼ਿੰਗਟਨ ਡੀਸੀ ਦੇ ਉੱਤਰ ਪੱਛਮ ਵਿੱਚ ਅਤੇ ਬਲੈਕ ਲਾਈਵਸ ਮੈਟਰ ਪਲਾਜ਼ਾ ਦੇ ਨਜ਼ਦੀਕ 9 ਵਜੇ ਦੇ ਕਰੀਬ ਛੁਰੇਮਾਰੀ ਦੀ ਘਟਨਾ ਵਾਪਰੀ, ਜੋ ਕਿ ਇੱਕ ਬਹਿਸ ਤੋਂ ਬਾਅਦ ਸ਼ੁਰੂ ਹੋਈ। ਇਸ ਛੁਰੇਮਾਰੀ ਵਿੱਚ ਜ਼ਖਮੀ ਹੋਏ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ 29 ਸਾਲਾ ਫਿਲਿਪ ਜੌਨਸਨ ਨੂੰ ਜਾਨਲੇਵਾ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਵਾਸ਼ਿੰਗਟਨ ਡੀਸੀ EMS ਦੇ ਅਨੁਸਾਰ ਘੱਟੋ-ਘੱਟ 9 ਲੋਕਾਂ ਨੂੰ ਜ਼ਖਮੀ ਹੋਣ ਦੀ ਖਬਰ ਹੈ ਅਤੇ ਹਸਪਤਾਲ ਵਿੱਚ ਜਿਹੜਾ ਨੂੰ ਲਿਜਾਇਆ ਗਿਆ, ਜਿਹੜਾ ਵਿੱਚ 2 ਅਧਿਕਾਰੀ ਵੀ ਸ਼ਾਮਲ ਹਨ। ਸੰਯੁਕਤ ਰਾਜ ਵਿੱਚ ਕਰੋਨਾ ਵਾਇਰਸ ਟੀਕਾਕਰਨ ਨੂੰ ਸ਼ੁਰੂ ਕੀਤਾ ਗਿਆ ਤੇ ਇਹ ਇੱਕ ਮਹੱਤਵਪੂਰਨ ਪਲ ਹੈ ਜਦੋਂ ਦੇਸ਼ ਵਿੱਚ ਜਾਨਲੇਵਾ ਵਾਇਰਸ ਦਾ ਸਾਹਮਣਾ ਕਰਨ ਦੇ ਨਾਲ ਤਕਰੀਬਨ 3 ਲੱਖ ਅਮਰੀਕੀ ਵਾਸੀਆਂ ਨੂੰ ਗਵਾ ਚੁੱਕਿਆ। ਇਸ ਟੀਕਾਕਰਨ ਦੀ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਨਿਊਯਾਰਕ ਵਿੱਚ ICU ਦੀ ਨਰਸ ਸੈਂਡਰਾ ਲਿਟਸੇ ਟੀਕੇ ਦੀ ਖੁਰਾਕ ਨੂੰ ਲੈਣ ਵਾਲੀ ਪਹਿਲੀ ਸ਼ਖਸ ਹੈ, ਜਿਸ ਨੂੰ ਕਿ ਗਵਰਨਰ ਐਂਡਰਿਊ ਕਿਊਮੋ ਨੇ ਲਾਈਵ ਸਟ੍ਰੀਮ ਕੀਤਾ। ਜਰਮਨ ਦੀ ਕੰਪਨੀ ਬਾਇਓਟੈਕ ਅਤੇ ਇਸ ਦੇ ਸੰਯੁਕਤ ਰਾਜ ਦੇ ਭਾਈਵਾਲ ਫਾਈਜ਼ਰ ਦੁਆਰਾ ਤਿਆਰ ਕੀਤਾ ਗਿਆ ਕੋਵਿਡ-19 ਟੀਕੇ ਨੂੰ ਸ਼ੁੱਕਰਵਾਰ ਰਾਤ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਪਲਾਈ ਟਰੱਕਾਂ ਵਿੱਚ ਐਤਵਾਰ ਨੂੰ ਮਿਸ਼ੀਗਨ ਦੇ ਪੈਟਰੋਸ ਵਿੱਚ ਫਾਈਜ਼ਰ ਦੇ ਟੀਕੇ ਰਵਾਨਾ ਕੀਤੇ ਗਏ ਸਨ ਅਤੇ ਕੰਪਨੀ ਨੂੰ ਇਸ ਹਫ਼ਤੇ ਦੇ ਅੰਤ ਤੱਕ 2.9 ਮਿਲੀਅਨ ਖੁਰਾਕਾਂ ਨੂੰ 636 ਨਿਰਧਾਰਿਤ ਸਥਾਨਾਂ ਉੱਤੇ ਪਹੁੰਚਾਉਣ ਦੀ ਉਮੀਦ ਹੈ। ਸੰਯੁਕਤ ਰਾਜ ਵਿੱਚ ਟੀਕਾ ਹੈਲ ਆਊਟ ਉੱਚ ਜੋਖਮ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ ਹਸਪਤਾਲ ਦੇ ਕਰਮਚਾਰੀ, ਨਰਸਿੰਗ ਹੋਮ ਦੇ ਸਟਾਫ ਅਤੇ ਵਸਨੀਕਾਂ ਆਦਿ ਸ਼ਾਮਲ ਨੇ। ਜਦਕਿ ਇਸ ਦੇ ਦੂਜੇ ਪੜਾਅ ਵਿੱਚ ਕਿਸ ਨੂੰ ਪਹਿਲ ਦਿੱਤੀ ਜਾਵੇਗੀ ਇਹ ਅਜੇ ਸਪਸ਼ਟ ਨਹੀਂ ਕੀਤਾ ਗਿਆ। USA ਨੇ ਬਾਇਓਟੈਕ ਫਾਈਜ਼ਰ ਟੀਕੇ ਦੀਆਂ ਘੱਟੋ-ਘੱਟ 100 ਮਿਲੀਅਨ ਖੁਰਾਕਾਂ ਦਾ ਆਦੇਸ਼ ਦਿੱਤਾ ਹੈ, ਜਦਕਿ ਹੋਰ 500 ਮਿਲੀਅਨ ਖਰੀਦਣ ਦੇ ਵਿਕਲਪ ਨੇ ਅਤੇ ਇਸ ਸਮੇਂ ਅਮਰੀਕਾ ਨੇ 800 ਮਿਲੀਅਨ ਖੁਰਾਕਾਂ ਲਈ ਅਗਾਊ ਆਦੇਸ਼ ਵੀ ਦਿੱਤੇ ਨੇ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਬਣਿਆ ਰਹੇਗਾ। ਫਿਲਹਾਲ ਸਮਾਂ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਲੇਜ਼ਰ ਮੈਡੀਕਲ ਹੈਅਰ ਰਿਮੂਵਲ, ਰਿੰਕਲ ਟ੍ਰੀਟਮੈਂਟ, ਸਕਿਨ ਕੇਅਰ, ਸਕਿਨ ਟਾਈਟਨਿੰਗ, ਫੇਸ਼ੀਅਲ, ਵੋਲਿਊਮ ਲਾਸ, ਲੇਜ਼ਰ ਵੇਨ ਰਿਮੂਵਲ, ਡਾਰਕ ਸਪੌਟ ਰਿਮੂਵਲ। ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ Dr. Takkar's Medical Spa, 8191 Timberlake Way, Suite 350, Sacramento, California, 95823. Phone 916-688-9994. Phone 916-688 9994.
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਵਿੱਚ। ਅਮਰੀਕਾ ਦੀਆਂ ਜਾਂਚ ਏਜੰਸੀਆਂ ਦੇਸ਼ ਦੇ ਕੁਝ ਵਿਭਾਗਾਂ ਵਿੱਚ ਹੋਏ ਸਾਈਬਰ ਹਮਲੇ ਦੇ ਸਬੰਧ ਵਿੱਚ ਜਾਂਚ ਕਰ ਰਹੀਆਂ ਨੇ। USA ਦੇ ਵਣਜ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਉਹ ਇੱਕ ਸਾਈਬਰ ਹਮਲੇ ਵਿੱਚ ਆંકੜਿਆਂ ਦੀ ਉਲੰਘਣਾ ਦਾ ਸ਼ਿਕਾਰ ਹੋਇਆ ਹੈ ਅਤੇ ਇਹ ਹਮਲਾ ਰੂਸ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ। ਵਣਜ ਵਿਭਾਗ ਦੇ ਬਿਆਨ ਅਨੁਸਾਰ ਉਹਨਾਂ ਨੇ ਇਸ ਸਬੰਧ CISA ਅਤੇ FBI ਨੂੰ ਜਾਂਚ ਕਰਨ ਲਈ ਕਿਹਾ ਹੈ, ਜਦਕਿ ਵਿਭਾਗ ਨੇ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਇਲਾਵਾ ਹੋਮਲੈਂਡ ਸਿਕਿਉਰਿਟੀ ਦੀ ਸਾਈਬਰ ਸਿਕਿਉਰਿਟੀ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਏਜੰਸੀ ਦੇ ਵਿਭਾਗ ਨੇ ਵੀ ਡਾਟੇ ਦੇ ਵਿੱਚ ਹੋਈ ਛੇੜਛਾੜ ਦੀ ਪੁਸ਼ਟੀ ਕੀਤੀ ਹੈ। ਇਸ ਸਾਈਬਰ ਮਾਮਲੇ ਵਿੱਚ CISA ਪ੍ਰਭਾਵਿਤ ਸੰਸਥਾਵਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਹਨਾਂ ਸਾਈਬਰ ਹਮਲਿਆਂ ਦੇ ਮਾਮਲੇ ਵਿੱਚ ਪਿਛਲੇ ਹਫ਼ਤੇ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਇੱਕ ਸਲਾਹਕਾਰੀ ਚੇਤਾਵਨੀ ਪ੍ਰਕਾਸ਼ਿਤ ਕੀਤੀ ਸੀ ਕਿ ਰੂਸੀ ਅੰਸਰ ਦੇਸ਼ ਦੀਆਂ ਸੁਰੱਖਿਅਤ ਪ੍ਰਣਾਲੀਆਂ ਦੇ ਆંકੜਿਆਂ ਵਿੱਚ ਪਹੁੰਚ ਕਰ ਰਹੇ ਨੇ ਅਤੇ ਇਸ ਚੇਤਾਵਨੀ ਰਾਹੀਂ ਰੱਖਿਆ ਵਿਭਾਗ ਦੇ ਵੱਖ-ਵੱਖ ਸਰਕਾਰੀ ਨੈਟਵਰਕਾਂ ਨੂੰ ਤੁਰੰਤ ਸੁਰੱਖਿਅਤ ਕਰਨ ਦੀ ਮੰਗ ਕੀਤੀ ਗਈ ਸੀ। ਭਾਰਤੀ ਰਾਜਦੂਤਾਂ ਦੇ ਗਰੁੱਪ ਨੇ ਕਿਸਾਨ ਅੰਦੋਲਨ ਉੱਤੇ ਕੈਨੇਡਾ ਦੇ ਰੁਖ ਨੂੰ ਵੋਟ ਬੈਂਕ ਦੀ ਰਾਜਨੀਤੀ ਦੱਸਦੇ ਹੋਏ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਉੱਤੇ 22 ਸਾਬਕਾ ਡਿਪਲੋਮੈਟਾਂ ਨੇ ਦਸਤਖਤ ਕੀਤੇ ਨੇ, ਜਿਨ੍ਹਾਂ ਵਿੱਚ ਕੈਨੇਡਾ ਵਿੱਚ ਹਾਈ ਕਮਿਸ਼ਨਰ ਰਹੇ ਵਿਸ਼ਨੂੰ ਪ੍ਰਕਾਸ਼ ਵੀ ਸ਼ਾਮਲ ਨੇ। ਹਾਲ ਹੀ ਵਿੱਚ ਭਾਰਤ ਵਿੱਚ ਕਿਸਾਨ ਅੰਦੋਲਨ ਪ੍ਰਤੀ ਕੈਨੇਡਾ ਦੀ ਪ੍ਰਤੀਕਿਰਿਆ ਨੂੰ ਲੈ ਕੇ ਭਾਰਤ ਵਿੱਚ ਆਲੋਚਨਾ ਹੋ ਰਹੀ ਹੈ। ਇਸ ਖੁੱਲ੍ਹੇ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਖਾਲਿਸਤਾਨੀ ਤੱਤਾਂ ਦਾ ਕਈ ਮਹੱਤਵਪੂਰਨ ਗੁਰਦੁਆਰਿਆਂ ਉੱਤੇ ਕੰਟਰੋਲ ਹੈ ਤਾਂ ਜੋ ਉਹਨਾਂ ਕੋਲ ਫੰਡ ਪਹੁੰਚਾ ਸਕਣ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਦੀ ਵਰਤੋਂ ਲਿਬਰਲ ਰਾਜਨੀਤਿਕ ਪਾਰਟੀਆਂ ਦੀ ਚੋਣ ਮੁਹਿੰਮ ਵਿੱਚ ਮਦਦ ਲਈ ਕੀਤੀ ਜਾਂਦੀ ਹੈ। ਇਸ ਦੇ ਤਹਿਤ ਉਹ ਸਮੇਂ-ਸਮੇਂ ਉੱਤੇ ਪ੍ਰਦਰਸ਼ਨ ਰੈਲੀਆਂ ਆਦਿ ਦਾ ਆਯੋਜਨ ਕਰਦੇ ਨੇ, ਜਿੱਥੇ ਭਾਰਤ ਵਿਰੋਧੀ ਨਾਅਰੇ ਲਗਾਏ ਜਾਂਦੇ ਨੇ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨੀਆਂ ਅਤੇ ਪਾਕਿਸਤਾਨੀ ਡਿਪਲੋਮੈਟਾਂ ਵਿਚਕਾਰ ਸੰਪਰਕ ਨੇ। ਪਾਕਿਸਤਾਨੀ ਡਿਪਲੋਮੈਟ ਅਜਿਹੀਆਂ ਗਤੀਵਿਧੀਆਂ ਵਿੱਚ ਖੁੱਲ੍ਹ ਕੇ ਹਿੱਸਾ ਲੈਂਦੇ ਨੇ ਅਤੇ ਕੈਨੇਡਾ ਸਰਕਾਰ ਇਸ ਨੂੰ ਅਣਦੇਖਾ ਕਰ ਦਿੰਦੀ ਹੈ। ਇਸ ਪੱਤਰ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨੀ ਅੰਦੋਲਨ ਬਾਰੇ ਕੀਤੀ ਗਈ ਟਿੱਪਣੀ ਨੂੰ ਬੇਲੋੜਾ ਦੱਸਿਆ ਗਿਆ ਹੈ। ਭਾਰਤੀ ਮੂਲ ਦੀ 15 ਸਾਲਾ ਅਮਰੀਕੀ ਵਿਗਿਆਨੀ ਗੀਤਾਂਜਲੀ ਰਾਓ ਨੇ ਕਿਹਾ ਕਿ ਉਹ ਕੋਰੋਨਾ ਦੇ ਟੀਕੇ ਦੀ ਪ੍ਰਭਾਵਸ਼ਾਲੀ ਵੰਡ ਦਾ ਹੱਲ ਲੱਭਣ ਦੀ ਕੋਸ਼ਿਸ਼ 'ਚ ਰੁੱਝੀ ਹੈ। ਨਾਲ ਹੀ ਭਵਿੱਖ ਵਿੱਚ ਕੌਮਾਂਤਰੀ ਮਹਾਮਾਰੀਆਂ ਨੂੰ ਰੋਕਣ ਦੇ ਉਪਾਅ ਅਤੇ ਧਿਆਨ ਕੇਂਦਰਿਤ ਕਰ ਰਹੀ ਹੈ। ਦੱਸਣਯੋਗ ਹੈ ਕਿ ਟਾਈਮ ਰਸਾਲੇ ਦੀ ਪਹਿਲੀ ਕਿਡ ਆਫ ਦੀ ਈਅਰ ਲਈ 5000 ਤੋਂ ਜ਼ਿਆਦਾ ਦਾਅਵੇਦਾਰਾਂ ਵਿੱਚੋਂ ਗੀਤਾਂਜਲੀ ਦੀ ਚੋਣ ਕੀਤੀ ਗਈ ਹੈ। ਉਹਨਾਂ ਨੇ ਤਕਨੀਕ ਦੀ ਵਰਤੋਂ ਕਰਕੇ ਦੂਸ਼ਿਤ ਪੀਣ ਵਾਲੇ ਪਾਣੀ ਤੋਂ ਲੈ ਕੇ ਅਫੀਮ ਦੀ ਲੱਤ ਤੇ ਸਾਈਬਰ ਬੁਲਿੰਗ ਵਰਗੇ ਮੁੱਦਿਆਂ ਨਾਲ ਨਜਿੱਠਣ ਦੇ ਮਾਮਲਿਆਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਇੱਕ ਮੁਲਾਕਾਤ 'ਚ ਗੀਤਾਂਜਲੀ ਨੇ ਕਿਹਾ ਕਿ ਉਹ ਟੀਕੇ ਦੀ ਵੰਡ ਲਈ ਤਕਨੀਕ ਆਧਾਰਿਤ ਉਪਕਰਨਾਂ ਦੇ ਇਸਤੇਮਾਲ ਉੱਤੇ ਧਿਆਨ ਕੇਂਦਰ ਕਰ ਰਹੀ ਹੈ। ਪ੍ਰਭਾਵਸ਼ਾਲੀ ਟੀਕੇ ਦੀ ਵੰਡ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ ਚੁਣੌਤੀ ਹੈ। ਗੀਤਾਂਜਲੀ ਨੇ ਕਿਹਾ ਕਿ ਮੈਂ ਯਕੀਨੀ ਹੀ ਕੌਮਾਂਤਰੀ ਮਹਾਮਾਰੀ ਨਾਲ ਨਜਿੱਠਣ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ। ਸਾਡੇ ਸਾਹਮਣੇ ਅਗਲੀ ਸਭ ਤੋਂ ਵੱਡੀ ਚੁਣੌਤੀ ਟੀਕਿਆਂ ਦੀ ਵੰਡ ਤੇ ਟੀਕਾ ਦੇਣ ਸੰਬੰਧੀ ਤਰਜੀਹ ਤੈਅ ਕਰਨਾ ਹੈ। ਮੈਂ ਇਸ ਨੂੰ ਆਪਣੇ ਡਾਟਾ ਤੇ ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣ ਨਾਲ ਦੇਖ ਰਹੀ ਹਾਂ। ਉਹਨਾਂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਟੀਕਾ ਲਾਏ ਜਾਣ ਦੀ ਜ਼ਰੂਰਤ ਹੈ। ਅਜਿਹੇ 'ਚ ਵਿਚਾਰ ਕਰ ਰਹੀ ਹਾਂ ਕਿ ਟੀਕਾ ਵੰਡ ਦੀ ਯੋਜਨਾ ਬਣਾਉਣ ਲਈ ਭਵਿੱਖ ਸੂਚਕ ਵਿਸ਼ਲੇਸ਼ਣ ਉੱਤੇ ਡਾਟਾ ਮਾਡਲ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਜਾ ਸਕਦਾ ਹੈ। ਗੀਤਾਂਜਲੀ ਨੇ ਕਿਡ ਆਫ ਦੀ ਈਅਰ ਚੁਣੇ ਜਾਣ ਤੇ ਖੁਸ਼ੀ ਪ੍ਰਗਟਾਈ ਹੈ। ਆਪਣੇ ਕੰਮਾਂ ਰਾਹੀਂ ਕਈ ਲੋਕਾਂ ਲਈ ਪ੍ਰੇਰਨਾ ਬਣੀ ਗੀਤਾਂਜਲੀ ਆਪਣੀ ਮਾਂ ਭਾਰਤੀ ਤੇ ਪਿਤਾ ਰਾਮ ਰਾਓ ਤੇ ਪਰਿਵਾਰ ਨੂੰ ਆਪਣੀ ਸਭ ਤੋਂ ਵੱਡੀ ਪ੍ਰੇਰਨਾ ਦੱਸਦੀ ਹੈ। ਉਹਨਾਂ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਤੇ ਗਣਿਤ ਦੇ ਖੇਤਰ ਵਿੱਚ ਅਧਿਐਨ ਦੇ ਮੌਕੇ ਮਿਲਣੇ ਚਾਹੀਦੇ ਨੇ। ਦੁਨੀਆ ਭਰ ਵਿੱਚ ਵਸਦੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਹੁਣ ਤੱਕ ਵੱਡੇ ਪੱਧਰ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਦੀ ਪਿੱਠ ਪੂਰਤੀ ਲਈ ਭਾਰਤੀ ਦੂਤਘਰ ਅੱਗੇ ਰੋਸ ਮੁਜ਼ਾਹਰੇ ਕਰ ਚੁੱਕੇ ਨੇ। ਬੈਲਜੀਅਮ ਹੀ ਨਹੀਂ, ਪੂਰੇ ਯੂਰਪ ਦੀ ਰਾਜਧਾਨੀ ਬਰਸਲਜ਼ ਵਿਖੇ ਵੀ ਯੂਰਪੀਅਨ ਪਾਰਲੀਮੈਂਟ ਸਾਹਮਣੇ ਇੱਕ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਜਿੱਥੇ ਬੈਲਜੀਅਮ ਦੇ ਕੋਨੇ-ਕੋਨੇ ਵਿੱਚ ਸੈਂਕੜੋ ਕਿਸਾਨ ਮਜ਼ਦੂਰ ਹਿਤੈਸ਼ੀ ਲੋਕ ਪਹੁੰਚੇ, ਉੱਥੇ ਹਾਲੈਂਡ ਤੋਂ ਨੌਜਵਾਨ ਮੁੰਡੇ ਕੁੜੀਆਂ ਦੇ ਇੱਕ ਵੱਡੇ ਜੱਥੇ ਨੇ ਬਹੁਤ ਹੀ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ, ਜਿਨ੍ਹਾਂ ਨੇ ਕਿਸਾਨ ਪੱਖੀ ਨਾਅਰਿਆਂ ਨਾਲ ਲਿਖੀਆਂ ਹੋਈਆਂ ਸਫੇਦ ਰੰਗ ਦੀਆਂ ਕੋਟੀਆਂ ਪਹਿਨੀਆਂ ਹੋਈਆਂ ਸਨ। ਸਾਰੇ ਬੁਲਾਰਿਆਂ ਨੇ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਬਾਰੇ ਸੰਖੇਪ ਵਿੱਚ ਚਾਨਣਾ ਪਾਉਂਦਿਆਂ ਯੂਰਪ ਭਰ ਦੇ ਪੰਜਾਬੀਆਂ ਵੱਲੋਂ ਸੰਘਰਸ਼ ਨਾਲ ਖੜਨ ਦਾ ਵਾਅਦਾ ਮੁੜ-ਮੁੜ ਦੁਹਰਾਇਆ। ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਜਰਮਨੀ ਤੋਂ ਭਾਈ ਗੁਰਚਰਨ ਸਿੰਘ ਗੁਰਾਇਆ, ਫਰਾਂਸ ਤੋਂ ਭਾਈ ਪ੍ਰਤੀਪਾਲ ਸਿੰਘ ਵਰਿਆਣਾ, ਹਾਲੈਂਡ ਤੋਂ ਸਰਦਾਰ ਹਰਜੀਤ ਸਿੰਘ ਗਿੱਲ ਵੱਲੋਂ ਹਾਜ਼ਰੀ ਭਰੀ ਗਈ। ਪੰਜਾਬੀ ਅਦਾਕਾਰ ਹਰੀਸ਼ ਵਰਮਾ ਕਿਸਾਨਾਂ ਦੇ ਹੱਕ ਵਿੱਚ ਸੋਸ਼ਲ ਮੀਡੀਆ ਉੱਤੇ ਆਏ ਦਿਨ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ। ਜਿੱਥੇ ਹਰੀਸ਼ ਵਰਮਾ ਵੱਲੋਂ ਸੋਸ਼ਲ ਮੀਡੀਆ ਰਾਹੀਂ ਨਵੇਂ ਕਿਸਾਨੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ, ਉੱਥੇ ਜ਼ਮੀਨੀ ਪੱਧਰ ਉੱਤੇ ਵੀ ਉਹ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ। ਦੱਸਣਯੋਗ ਹੈ ਕਿ ਹਰੀਸ਼ ਵਰਮਾ ਅਮਰੀਕਾ ਵਿਖੇ ਓਹੀਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਕੱਢੀ ਕਿਸਾਨ ਰੈਲੀ 'ਚ ਸ਼ਾਮਲ ਹੋਏ ਸਨ। ਇਸ ਦੌਰਾਨ ਹਰੀਸ਼ ਵਰਮਾ ਨੇ ਨੋ ਫਾਰਮਸ ਨੋ ਫੂਡ ਦੀ ਤਖਤੀ ਫੜ ਕੇ ਵੀ ਤਸਵੀਰ ਸਾਂਝੀ ਕੀਤੀ ਹੈ।
ਹਰੀਸ਼ ਵਰਮਾ, ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੀ ਕੰਪਨੀ ਰਿਦਮ ਵੌਇਸ ਐਂਟਰਟੇਨਮੈਂਟ ਨਾਲ ਵੀ ਜੁੜੇ ਹੋਏ ਨੇ ਅਤੇ ਅਜਿਹੇ 'ਚ ਉਹਨਾਂ ਵੱਲੋਂ ਵੀ ਜੀਓ ਸਾਵਨ ਦਾ ਬਾਈਕਾਟ ਕਰਨ ਵਾਲੀ ਪੋਸਟ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਹੈ। ਇਸ ਤਰ੍ਹਾਂ ਅੱਜ ਦੀਆਂ ਖਾਸ ਖਬਰਾਂ, ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV।